ਕਿਵੇਂ ਸਿਆਸੀ ਮਸਲਾ ਜਾਂ ਕਾਨੂੰਨੀ ਮਸਲਾ ਇਹਦੇ ਵਿੱਚ ਅੰਤਰ ਕੀ ਹੈ ਤੇ ਕੀ ਹੈ ਪੂਰਾ ਮਸਲਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਸਾਰੇ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਸਪੈਕਟ ਸਾਰੇ ਆਪਾਂ ਕਰਦੇ ਆਂਗੇ, ਸਾਰੇ ਅਹੁਦਿਆਂ ਤੇ ਬੈਠੇ ਲੋਕ ਵੀ ਕਰਦੇ ਆ। ਸਿਆਸੀ ਤੌਰ ਤੇ ਕੈਪਟਨ ਨੇ ਉਹਨੂੰ ਖੜਾ ਕੀਤਾ। ਆਪਾਂ ਨੂੰ ਪਤਾ ਕਿ ਬਠਿੰਡਾ ਦੀ ਰੈਲੀ ਜਿਹੜੀ ਤਲਵੰਡੀ ਸਾਬੋ ਜਿੱਥੇ ਉਹ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਆ। ਚਾਹੀਦਾ ਤਾਂ ਇਹ ਸੀ ਇਨਸਾਫ ਹੁੰਦਾ, ਸਿਆਸਤ ਨਾ ਹੁੰਦੀ, ਪਰ ਹੋਈ ਸਿਆਸਤ ਜਿੱਧਰੋਂ ਮਰਜ਼ੀ ਕਰ ਲਓ। ਭੂਤ ਕਾਂਗਰਸ ਨੂੰ ਵੀ ਡਰਾਉਂਦਾ ਹੈ, ਪਹਿਲਾਂ ਤਾਂ ਹੋਰਾਂ ਨੂੰ ਡਰਾਉਂਦਾ ਸੀ, ਹੁਣ ਇਹਨਾਂ ਦੇ ਗਲ 'ਚ ਪੈ ਗਿਆ ਕਿ ਭਾਈ ਜੇ ਤੁਸੀਂ ਮਸਲੇ ਦਾ ਹੱਲ ਨਹੀਂ ਕਰੋਗੇ ਲੋਕ ਕਹਿਣਗੇ ਇਹ ਵੀ ਰਲੇ ਹੋਏ ਨੇ। ਥੋੜਾ ਵਿਸਤਾਰ ਨਾਲ ਜਾਣਨਾ ਚਾਹਾਂਗੇ ਕਿਵੇਂ ਸਿਆਸੀ ਮਸਲਾ ਜਾਂ ਕਾਨੂੰਨੀ ਮਸਲਾ ਇਹਦੇ ਵਿੱਚ ਅੰਤਰ ਕੀ ਹੈ ਤੇ ਕੀ ਹੈ ਪੂਰਾ ਮਸਲਾ? ਦੇਖੋ, ਸਿਆਸੀ ਮਸਲਾ ਤਾਂ ਇਹ ਹੈਗਾ ਇੱਕ ਕਾਨੂੰਨੀ ਮਸਲਾ। ਜੇ ਮੈਂ ਕਹਿਣਾ ਕਿ ਮੰਨ ਲਓ ਐਮਰਜੈਂਸੀ ਦੇ ਟਾਈਮ ਇੰਦਰਾ ਨੇ ਐਮਰਜੈਂਸੀ ਲਾਈ, ਇੰਦਰਾ ਦੇ ਖਿਲਾਫ ਇੱਕ ਜੱਜਮੈਂਟ ਆਈ ਕੋਰਟ ਦੀ, ਇੰਦਰਾ ਨੇ ਇੱਕ ਇਲੈਕਸ਼ਨ ਲੜੀ, ਉਹ ਚੋਣਾਂ ਦੇ ਅੰਦਰ ਗੜਬੜ ਹੋਈ, ਜਿਹੜੇ ਅਫਸਰ ਨਹੀਂ ਰਹਿਣੇ ਚਾਹੀਦੇ ਸੀ ਉਹ ਹੋਇਆ। ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਦਿੱਤਾ ਇੰਦਰਾ ਦੇ ਉੱਤੇ। ਉਹ ਮਸਲੇ ਨੂੰ ਸਿਆਸੀ ਮਸਲਾ ਜਨਤਾ ਪਾਰਟੀ ਨੇ ਬਣਾਇਆ, ਜਨਤਾ ਪਾਰਟੀ ਦੀ ਸਰਕਾਰ ਆ ਗਈ। ਹੁਣ ਇੱਕ ਤਾਂ ਉਹਦਾ ਕਾਨੂੰਨੀ ਪੱਖ ਆ, ਦੂਜਾ ਸਿਆਸੀ ਪੱਖ ਆ ਕਿ ਉਹ ਕਾਨੂੰਨੀ ਫੈਸਲੇ ਤੇ ਇੱਕ ਵੱਡੀ ਸਿਆਸਤ ਖੜੀ ਹੋ ਗਈ। ਜਿਹੜੀ ਇੰਦਰਾ ਨੂੰ ਹਿਲਾਉਣ ਬਾਰੇ ਕੋਈ ਸੋਚਦਾ ਨਹੀਂ ਸੀ, ਉਹਦੀ ਸਰਕਾਰ ਡਿੱਗ ਪਈ, ਜਨਤਾ ਦਲ ਦੀ ਸਰਕਾਰ ਆ ਗਈ 1977 'ਚ। ਇਸੇ ਤਰੀਕੇ ਦੇ ਨਾਲ ਜਦੋਂ ਕਾਨੂੰਨੀ ਮਸਲਿਆਂ ਨਾਲ ਸਿਆਸਤ ਕੀਤੀ ਜਾਂਦੀ ਹੈ ਤਾਂ ਉਹ ਕਈ ਵਾਰ ਤੁਹਾਡੇ ਸਾਹਮਣੇ ਆ ਕੇ ਖੜੇ ਜਾਂਦੇ। ਮੁੜ ਕੇ ਜਨਤਾ ਸਰਕਾਰ ਖਿੰਡ ਗਈ, ਬਹੁਤ ਸਾਰਾ ਕੁਝ ਹੋਇਆ ਉਸ ਤੋਂ ਬਾਅਦ, ਉਹਦੇ 'ਚ ਆਪਾਂ ਲੰਬਾ ਨਹੀਂ ਜਾ ਸਕਦੇ ਅੱਜ। ਤਾਂ ਮੇਰੇ ਕਹਿਣ ਦਾ ਮਤਲਬ ਆ, ਜਿਹੜਾ ਮੈਂ ਉਦਾਹਰਨ ਤਾਂ ਦਿੱਤੀ ਹੈ ਕਿ ਜਿਵੇਂ ਇਹ ਮਸਲਾ ਤਾਂ ਕਾਨੂੰਨੀ ਸੀ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਸਾਰੇ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਸਪੈਕਟ ਸਾਰੇ ਆਪਾਂ ਕਰਦੇ ਆਂਗੇ, ਸਾਰੇ ਅਹੁਦਿਆਂ ਤੇ ਬੈਠੇ ਲੋਕ ਵੀ ਕਰਦੇ ਆ। ਚਾਹੀਦਾ ਤਾਂ ਇਹ ਸੀ ਇਨਸਾਫ ਹੁੰਦਾ, ਸਿਆਸਤ ਨਾ ਹੁੰਦੀ, ਪਰ ਹੋਈ ਸਿਆਸਤ ਜਿੱਧਰੋਂ ਮਰਜ਼ੀ ਕਰ ਲਓ। ਆਪਾਂ ਹੁਣ ਉਹਦੇ 'ਚ ਡੀਪਲੀ ਜਾਵਾਂਗੇ ਤਾਂ ਸਿਆਸਤ ਬਹੁਤ ਸਾਰੀ ਹੋਈ। ਸਿਆਸੀ ਤੌਰ ਤੇ ਕੈਪਟਨ ਨੇ ਉਹਨੂੰ ਖੜਾ ਕੀਤਾ। ਆਪਾਂ ਨੂੰ ਪਤਾ ਕਿ ਬਠਿੰਡਾ ਦੀ ਰੈਲੀ ਜਿਹੜੀ ਤਲਵੰਡੀ ਸਾਬੋ ਜਿੱਥੇ ਉਹ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਆ, ਉੱਥੇ ਉਹਨਾਂ ਨੇ ਕਿਹਾ ਮੈਨੂੰ ਪਤਾ ਇਹਦੀਆਂ ਪੈੜਾਂ ਕਿੱਥੇ ਜਾਂਦੀਆਂ ਨੇ, ਬਾਦਲ ਪਿੰਡ ਜਾਂਦੀਆਂ ਨੇ, ਬਹੁਤ ਸਾਰਾ ਕੁਝ ਉਹਨਾਂ ਨੇ ਕਿਹਾ। ਬਾਅਦ 'ਚ ਉਹਨਾਂ ਦੀ ਸਰਕਾਰ ਰਹੀ। ਕੋਈ ਅਲਟੀਮੇਟਲੀ ਦਾ ਕੰਮ ਕਾਨੂੰਨ ਨੇ ਕਰਨਾ, ਕਾਨੂੰਨੀ ਤੌਰ ਤੇ ਗੱਲ ਕਿੱਧਰ ਨੂੰ ਜਾਂਦੀ ਹੈ। ਹੁਣ ਕਾਨੂੰਨੀ ਮਸਲੇ ਨੂੰ ਜਦੋਂ ਸਿਆਸੀ ਮਸਲਾ ਬਣਾਇਆ ਜਾਂਦਾ ਹੈ ਤਾਂ ਉਹ ਫਿਰ ਆ ਕੇ ਤੁਹਾਡੇ ਸਾਹਮਣੇ ਖੜਾ ਹੋ ਜਾਂਦਾ। ਇਹ ਸਾਰੇ ਜਿਹੜੇ ਨਵੀਂ ਸਰਕਾਰ ਆਈ ਹੈ ਇਹ ਵੀ ਇਹ ਮਸਲੇ ਨੂੰ ਬੜੇ ਜ਼ੋਰਾਂ ਸ਼ੋਰਾਂ ਨਾਲ ਉਠਾਉਂਦੇ ਰਹੇ। ਇਹਨਾਂ ਦੇ ਉਠਾਉਂਦੇ ਜਦੋਂ ਇਹ ਐਡਵੋਕੇਟ ਜਨਰਲ ਲੱਗਿਆ, ਨਾਲ ਦੀ ਨਾਲ ਸਿੱਧੂ ਨੇ ਉਠਾਤਾ। ਸਿਆਸੀ ਮਸਲਾ ਯਾਨੀ ਵਿਦਿਨ ਪਾਰਟੀ ਬਣ ਗਿਆ, ਪਹਿਲਾਂ ਆਊਟ ਆਫ ਪਾਰਟੀ ਸੀਗਾ। ਤਾਂ ਕਾਨੂੰਨੀ ਮਸਲੇ ਨੂੰ ਸਿਆਸੀ ਮਸਲਾ ਨਹੀਂ ਬਣਾਉਣਾ ਚਾਹੀਦਾ। ਵੈਸੇ ਤਾਂ ਕਾਨੂੰਨੀ ਮਸਲੇ ਨੂੰ ਕਾਨੂੰਨ ਦੀ ਤਰ੍ਹਾਂ ਹੱਲ ਕਰਨਾ ਚਾਹੀਦਾ। ਜਦੋਂ ਬਣਾ ਦਿੰਦੇ ਹੋ ਤਾਂ ਫਿਰ ਉਹ ਤੁਹਾਡੇ ਸਾਹਮਣੇ ਵੀ ਆ ਕੇ ਖੜਾ ਹੁੰਦਾ। ਹੁਣ ਉਹ ਕਾਂਗਰਸ ਦੇ ਸਾਹਮਣੇ ਵੀ ਆ ਕੇ ਬਾਰ-ਬਾਰ ਭੂਤ ਕਾਂਗਰਸ ਨੂੰ ਵੀ ਡਰਾਉਂਦਾ ਹੈ, ਪਹਿਲਾਂ ਤਾਂ ਹੋਰਾਂ ਨੂੰ ਡਰਾਉਂਦਾ ਸੀ, ਹੁਣ ਇਹਨਾਂ ਦੇ ਗਲ 'ਚ ਪੈ ਗਿਆ ਕਿ ਭਾਈ ਜੇ ਤੁਸੀਂ ਮਸਲੇ ਦਾ ਹੱਲ ਨਹੀਂ ਕਰੋਗੇ ਲੋਕ ਕਹਿਣਗੇ ਇਹ ਵੀ ਰਲੇ ਹੋਏ ਨੇ, ਇਹ ਵੀ ਦੋਸ਼ੀ ਨੇ। ਇਮੋਸ਼ਨ ਤੇ ਹੁੰਦੀ ਹੈ ਨਾ ਪੋਲੀਟਿਕਸ, ਤਾਂ ਪੋਲੀਟਿਕਸ ਇਮੋਸ਼ਨ ਤੇ ਹੁੰਦੀ ਹੈ, ਇਮੋਸ਼ਨਲ ਮੁੱਦਾ ਇਹ, ਭਾਵੁਕ ਮੁੱਦਾ ਸਿੱਖਾਂ ਦੇ ਲਈ। ਤਾਂ ਸਿੱਖ ਕਹਿਣਗੇ ਕਿ ਕਿਉਂ ਜੀ ਹੋਇਆ ਜੀ, ਹੁਣ ਇਹਨਾਂ ਨੇ ਕਿਉਂ ਨਹੀਂ ਕੀਤਾ। ਇਸ ਕਰਕੇ ਮਸਲਾ ਸਿਆਸੀ ਮਸਲਾ ਬਣਿਆ ਹੋਇਆ, ਪਰ ਮਸਲਾ ਇਹ ਕਾਨੂੰਨੀ ਆ, ਇਹਦਾ ਹੱਲ ਕਾਨੂੰਨੀ ਹੋਣਾ ਚਾਹੀਦਾ ਔਰ ਮਸਲੇ ਨੂੰ ਹੱਲ ਕਰਨਾ ਚਾਹੀਦਾ। ਕਈ ਮਸਲੇ ਇਸ ਕਰਕੇ ਰੱਖੇ ਜਾਂਦੇ ਨੇ ਕਿ ਤੁਸੀਂ ਰੱਖੋਗੇ ਤਾਂ ਸਿਆਸਤ ਫਿਰ ਕਿਹੜੇ ਇਸ਼ੂਜ਼ ਦੇ ਉੱਤੇ ਕਰੋਗੇ। ਸਿਆਸਤ ਕਰਨ ਨੂੰ ਵੀ ਤਾਂ ਕੋਈ ਇਮੋਸ਼ਨਲ ਮੁੱਦੇ ਚਾਹੀਦੇ ਆ ਨਾ। ਤਾਂ ਇਮੋਸ਼ਨਲ ਮੁੱਦੇ ਕਿਹੜੇ ਆ ਕਿ ਜੇ ਮਸਲੇ ਦਾ ਹੱਲ ਹੀ ਹੋ ਗਿਆ ਫਿਰ ਤਾਂ ਕੋਈ ਮੁੱਦਾ ਹੀ ਨਹੀਂ ਰਹਿਣਾ। ਇਸ ਕਰਕੇ ਹੱਲ ਨਾ ਕਰੋ, ਰੱਖੋ, ਰੱਖ ਕੇ ਵਾਰ-ਵਾਰ ਉਹਦੇ ਤੇ ਗੱਲ ਕਰੋ। ਇਹ ਤਾਂ ਉਦੋਂ ਹੋ ਗਿਆ ਸੀਗਾ ਜੀ, 2015 ਸਰਕਾਰ ਸੀ ਜੀ, 17 ਤੱਕ ਅਕਾਲੀਆਂ ਦੀ ਸਰਕਾਰ ਸੀ, ਇਹ ਤਾਂ ਕੈਪਟਨ ਨੇ ਨਹੀਂ ਕੀਤਾ। ਹੁਣ ਆ ਗਈ ਸਰਕਾਰ ਇਹਨਾਂ ਦੀ। ਜਿਹੜੇ ਸਭ ਤੋਂ ਜ਼ਿਆਦਾ ਸਵਾਲ ਉਠਾਉਂਦੇ ਸੀ, ਸਭ ਤੋਂ ਜ਼ਿਆਦਾ ਸਵਾਲ ਕਿਹਨਾਂ ਨੇ ਚੁੱਕੇ? ਜਿਹੜੇ ਇਸ ਟਾਈਮ ਸਰਕਾਰ 'ਚ ਨੇ ਕਿ ਕੈਪਟਨ ਨਹੀਂ ਕਰ ਰਿਹਾ, ਕੈਪਟਨ ਨੇ ਗੜਬੜ ਕੀਤੀ ਹੈ। ਹੁਣ ਮੋਰਲੀ ਉਹਨਾਂ ਸਾਹਮਣੇ ਇਹ ਗੱਲ ਆ ਗਈ। ਹੁਣ ਉਹਨਾਂ ਨੂੰ ਸਿੱਧੂ ਨੇ ਕਹਿਤਾ ਕਿ ਜੇ ਮਸਲਾ ਹੱਲ ਕਰਾਉਣਾ ਤਾਂ ਫਿਰ ਇਹ ਐਡਵੋਕੇਟ ਜਨਰਲ ਕਿਉਂ ਲਾਇਆ ਜਿਹੜਾ ਸੈਣੀ ਦਾ। ਪਰ ਹੁਣ ਉਹ 'ਤੇ ਕਾਊਂਟਰ ਇਹ ਆ ਰਿਹਾ ਕਿ ਜੀ ਉਹਨਾਂ ਨੇ ਤਾਂ ਬਹੁਤ ਸਾਰੇ ਕੇਸ ਬਾਦਲ ਦੇ ਖਿਲਾਫ ਵੀ ਲੜੇ ਨੇ, ਤਾਂ ਪ੍ਰੋਫੈਸ਼ਨਲ ਨੇ। ਇੱਕ ਪ੍ਰੋਫੈਸ਼ਨਲ ਸਕਿਲਡ ਬੰਦਾ ਅਸੀਂ ਲਾਵਾਂਗੇ ਜੋ ਮਸਲੇ ਹੱਲ ਨਹੀਂ ਕਰੇਗਾ, ਸਾਡੇ ਸਾਹਮਣੇ ਹੀ ਹੈ। ਇਸ ਕਰਕੇ ਉਹ ਮਸਲੇ ਹੱਲ ਕਰੇਗਾ, ਦਲੀਲ ਦਿੱਤੀ ਜਾ ਰਹੀ ਹੈ। ਹੋਰ ਬਹੁਤ ਸਾਰੇ ਕੇਸ ਜਿਹੜੇ ਕੱਢੇ ਜਾ ਰਹੇ ਨੇ ਕਿ ਉਹਨਾਂ ਦੀ ਇੱਕ ਬੈਕਗਰਾਊਂਡ ਕਾਨੂੰਨੀ ਤੌਰ 'ਤੇ ਤਾਂ ਕਿਸੇ ਦੇ ਵਕੀਲ ਹੋ ਸਕਦੇ ਨੇ, ਉਹ ਕਾਨੂੰਨ ਉਹ ਕਿਸੇ ਨੂੰ ਮਨਾ ਹੀ ਨਹੀਂ ਕਰ ਸਕਦਾ। ਪੱਤਰਕਾਰ ਕਦੇ ਕਿਸੇ ਨੂੰ ਖਬਰ ਤੋਂ ਮਨਾ ਨਹੀਂ ਕਰ ਸਕਦਾ ਅਗਰ ਉਹ ਖਬਰ ਹੈ। ਜੇ ਖਬਰ ਆ ਤੇ ਕਹਿ ਰਿਹਾ ਕੋਈ ਖਬਰ ਕਰੋ ਤਾਂ ਮਨਾ ਨਹੀਂ ਨਾ ਕਰ ਸਕਦਾ ਕੋਈ। ਵਕੀਲ ਕਿਸੇ ਨੂੰ ਕੇਸ ਲੜਨ ਤੋਂ ਮਨਾ ਨਹੀਂ ਕਰ ਸਕਦਾ। ਇਹਦਾ ਪ੍ਰੋਫੈਸ਼ਨ ਆ, ਸਾਡਾ ਕਿੱਤਾ। ਇਹਦੇ ਲਈ ਦੂਜਾ ਬੰਦਾ ਨਾਰਾਜ਼ ਹੋ ਸਕਦਾ ਕਿ ਇਹ ਖਬਰ ਇਹਨੇ ਕਿਉਂ ਕੀਤੀ, ਪਰ ਸਾਡਾ ਵੀ ਕੰਮ ਆ ਤੇ ਵਕੀਲਾਂ ਦਾ ਵੀ ਕੰਮ ਆ। ਤਾਂ ਇਹ ਸਾਰੀਆਂ ਗੱਲਾਂ ਇਸ ਤਰੀਕੇ ਨਾਲ ਚੱਲਦੀਆਂ ਨੇ। ਉਹ ਕਾਊਂਟਰ ਇੱਧਰ ਆ, ਦੂਜੇ ਪਾਸੇ ਸਿੱਧੂ ਹੋਰਾਂ ਦੀ ਟੀਮ ਜਾਂ ਬਾਕੀ ਟੀਮ ਮੋਰਲੀ ਉੱਤੇ ਸਵਾਲ ਖੜੇ ਕਰ ਰਹੀ ਹੈ, ਜਿਹਦਾ ਕਾਊਂਟਰ ਇਹ ਲੱਭਿਆ ਗਿਆ। ਕੀ ਲੱਗਦਾ ਕਿ ਹੁਣ ਇਹ ਨਵੀਂ ਨਿਯੁਕਤੀ ਹੋਈ ਹੈ, ਹੋਰ ਨਿਯੁਕਤੀਆਂ ਵੀ ਹੋ ਸਕਦੀਆਂ ਜਾਂ ਫਿਰ ਬਦਲਾਅ ਹੋ ਸਕਦੇ ਨੇ? ਦੇਖੋ, ਬਦਲਾਅ ਹੋਣ ਦੇ ਚਾਂਸ ਘੱਟ ਲੱਗ ਰਹੇ ਨੇ ਕਹਿੰਦੇ। ਹਾਲਾਂਕਿ ਕੁਝ ਮੰਨੇ ਨੇ, ਕੁਝ ਚੀਜ਼ਾਂ ਚੱਲ ਰਹੀਆਂ ਨੇ ਕਿ ਹਾਂ ਹੋ ਸਕਦਾ ਹੈ। ਦਾ ਪੈਨਲ ਭੇਜਿਆ, ਵਿੱਚੋਂ ਕਿਹੜਾ ਨਾਂ ਚੂਜ਼ ਕਰ ਲਿਆ ਜਾਵੇ। ਪੈਨਲ ਭੇਜਿਆ 10 ਲੋਕਾਂ ਦਾ, ਉਹ 'ਚ 3 ਨਾਂ ਆ ਜਾਣਗੇ, ਉਹਦੇ ਤੋਂ ਨਾਂ ਚੂਜ਼ ਕੀਤਾ ਜਾਏਗਾ ਜੀ। ਕੋਈ ਇੱਕ ਅੱਧੀ ਚੀਜ਼ ਬਦਲੀ ਵੀ ਜਾ ਸਕਦੀ ਸਿੱਧੂ ਮੁਤਾਬਕ।
ਪਰ ਪਤਾ ਇਹ ਲੱਗਿਆ ਜ਼ਿਆਦਾ ਕਿ ਨਵੀਆਂ ਨਿਯੁਕਤੀਆਂ ਨੇ ਜਿਹੜੀਆਂ ਉਸ ਤਰੀਕੇ ਨਾਲ ਕੀਤੀਆਂ ਜਾਣਗੀਆਂ ਜਿਹਦੇ 'ਚ ਕੋਈ ਵਿਵਾਦ ਪੈਦਾ ਨਾ ਹੋਵੇ। ਕੁਝ ਨਿਯੁਕਤੀਆਂ ਸਿੱਧੂ ਹੋਰਾਂ ਦੇ ਕਹੇ ਤੇ ਕਰਕੇ ਜਾਂ ਉਹ ਧੜੇ ਦੇ ਕਹੇ ਤੇ ਹੋ ਜਾਣਗੀਆਂ ਜਿਸ 'ਚ ਸਾਰੇ ਖੁਸ਼ ਹੋ ਜਾਣ, ਸਭ ਨੂੰ ਸਰਕਾਰ 'ਚ ਆਪਦੀ ਹਿੱਸੇਦਾਰੀ ਲੱਗੇ। ਅਲਟੀਮੇਟਲੀ ਤਾਂ ਇਹੀ ਹੈ ਨਾ ਡੈਮੋਕ੍ਰੇਸੀ 'ਚ ਕੀ ਹੁੰਦਾ ਹੈਗਾ, ਚਾਹੇ ਉਹ ਕਿਤੇ ਵੀ ਹੈ, ਪਾਰਟੀਸਪੇਸ਼ਨ ਆਫ ਪੀਪਲ, ਯਾਨੀ ਕਿਸੇ ਨੂੰ ਲੱਗਦਾ ਕਿ ਮੇਰੀ ਇਹ 'ਚ ਹਿੱਸੇਦਾਰੀ ਹੈ। ਜਿਨ੍ਹਾਂ ਲੋਕਾਂ ਨੇ ਬਦਲਾ ਲਿਆਂਦਾ, ਕੈਪਟਨ ਚਲੇ ਗਏ, ਸਿੱਧੂ ਨੂੰ ਲੱਗਦਾ ਕਿ ਮੇਰੇ ਕਰਕੇ ਤਾਂ ਸਾਰਾ ਹੋਇਆ, ਮੈਂ ਤਾਂ ਧੁਰਾ ਸੀ ਪੂਰੀ ਗੱਲ ਦਾ ਤੇ ਮੈਨੂੰ ਇਗਨੋਰ ਕੀਤਾ ਜਾ ਰਿਹਾ ਬਹੁਤ ਸਾਰੀਆਂ ਗੱਲਾਂ ਤੋਂ। ਹਾਈ ਕਮਾਨ ਨੂੰ ਲੱਗਦਾ ਅਸੀਂ ਸਿੱਧੂ ਨੂੰ ਬਣਾਇਆ, ਅਸੀਂ ਸਿੱਧੂ ਕਰਕੇ ਕੈਪਟਨ ਨਾਲ ਵੈਰ ਪਾਇਆ, ਕੈਪਟਨ ਹੁਣ ਨਵੀਂ ਪਾਰਟੀ ਬਣਾ ਰਹੇ ਨੇ, ਤੇ ਜਿਨ੍ਹਾਂ ਕੋਲ ਕੁਰਸੀਆਂ ਆ ਗਈਆਂ ਉਹਨਾਂ ਨੂੰ ਲੱਗਦਾ ਕਿ ਭਾਈ ਸਾਡੇ ਵੀ ਤਾਂ ਹਿੱਸੇਦਾਰੀ ਸੀ, ਅਸੀਂ ਕਿਹੜਾ ਘੱਟ ਸੀਗੇ, ਅਸੀਂ ਤਾਂ ਪਹਿਲੀਆਂ ਪਹਿਲ ਕਦਮੀਆਂ ਕਰਨ ਵਾਲੇ ਆ, ਸਾਡੀ ਤਾਂ ਪਾਰਟੀ ਹੈ, ਅਸੀਂ ਤਾਂ ਪਾਰਟੀ 'ਚ ਬੜੇ ਪੁਰਾਣੇ ਆ। ਇਹ ਰੌਲੇ ਨੇ ਅਸਲ 'ਚ। ਉਹਨਾਂ 'ਚੋਂ ਫਿਰ ਸਭ ਨੂੰ ਖੁਸ਼ ਕਰਨ ਦੇ ਲਈ ਹਾਈ ਕਮਾਨ ਕੋਈ ਰਾਹ ਕੱਢ ਰਹੀ ਹੈ। RS ਬੈਂਸ ਨੂੰ ਲਾ ਕੇ ਵੀ ਦੇਖੋ ਹੁਣ ਕੀ ਰਿਐਕਸ਼ਨ ਆਉਂਦਾ ਉੱਤੇ, ਪਰ RS ਬੈਂਸ ਨੂੰ ਲਾਇਆ ਗਿਆ, ਨਾਲ ਹੋਰ ਜਿਹੜੇ ਨੇ ਜਿਵੇਂ DG ਵਿਜੀਲੈਂਸ ਅਜੇ ਲੱਗਣੇ ਨੇ, ਇੰਟੈਲੀਜੈਂਸ ਲੱਗਣੇ ਨੇ, ਹੋਰ ਵੱਡੀਆਂ ਵੱਡੀਆਂ ਪੋਸਟਾਂ ਅਜੇ ਵੰਡੀਆਂ ਜਾਣੀਆਂ ਨੇ, ਜ਼ਿਲ੍ਹਿਆਂ ਦੇ SSP ਲੱਗਣੇ ਨੇ, DC ਲੱਗਣੇ ਨੇ, ਕਿੰਨਾ ਕੁਛ ਹੀ ਹੈ। ਤੇ ਉਹ ਸਾਰੀਆਂ ਗੱਲਾਂ ਕਿਵੇਂ ਕੀਤੀਆਂ ਜਾਣਗੀਆਂ, ਕੌਣ ਕਰੇਗਾ, ਕਿਵੇਂ ਕਰੇਗਾ, ਉਹ 'ਚ ਸਾਰਿਆਂ ਦੀ ਹਿੱਸੇਦਾਰੀ ਹੋਏਗੀ। ਡੈਮੋਕ੍ਰੇਸੀ 'ਚ ਕਿਹਾ ਜਾਂਦਾ ਡੀਸੈਂਟਰਲਾਈਜੇਸ਼ਨ ਕਰਦੇ ਰਹੋ ਚੀਜ਼ਾਂ ਦਾ। ਜਦੋਂ ਬਹੁਤ ਜ਼ਿਆਦਾ ਸੈਂਟਰਲਾਈਜ਼ ਕਰੋਗੇ ਲੋਕਾਂ 'ਚ ਗੁੱਸਾ ਪੈਦਾ ਹੁੰਦਾ, ਜਦੋਂ ਡੀਸੈਂਟਰਲਾਈਜ਼ ਕਰ ਦਿੰਦੇ ਹੋ ਪਾਵਰ ਨੂੰ ਤਾਂ ਫਿਰ ਸਭ ਨੂੰ ਲੱਗਦਾ ਸਾਡੀ ਹਿੱਸੇਦਾਰੀ ਹੈ, ਸਾਡੀ ਵੀ ਗੱਲ ਸੁਣੀ ਗਈ ਹੈ। ਜਦੋਂ ਨਹੀਂ ਸੁਣੀ ਜਾਂਦੀ ਕਿਤੇ ਫਿਰ ਸਮੱਸਿਆ ਆਉਂਦੀ ਹੈ। ਇਸ ਕਰਕੇ ਉਹ ਚੀਜ਼ਾਂ ਨੂੰ ਕਰਨ ਲਈ ਹਾਈ ਕਮਾਨ ਰਾਹ ਕੱਢ ਰਹੀ ਹੈ। ਪਰ ਕੱਲ੍ਹ ਦੀ ਮੀਟਿੰਗ 'ਚ ਬਹੁਤ ਤਲਖਲਾਮੀਆਂ ਹੋਈਆਂ ਨੇ, ਬਹੁਤ ਤਿੱਖੀਆਂ ਤਲਖਲਾਮੀਆਂ। ਸ਼ਾਇਦ ਕੋਈ ਮਸਲੇ ਦੇ ਹੱਲ ਹੁਣ ਅੱਗੇ ਨਿਕਲਣਗੇ, ਪਰ ਬੜੇ ਹੁਣ ਜਾਖੜ ਦਾ ਜਿਹੜਾ ਟਵੀਟ ਆ ਜੋ ਵੀ ਬੜਾ ਇੰਟਰਸਟਿੰਗ ਆ, ਬਹੁਤ ਸਾਰਾ ਕੁਝ ਉਹ ਵੀ ਸੰਕੇਤ ਦੇ ਰਿਹਾ, ਹੋਰ ਵੀ ਬਹੁਤ ਸਾਰਾ ਕੁਝ ਆ, ਦੇਖਦੇ ਹਾਂ ਅੱਗੇ ਕੀ ਹੁੰਦਾ।